परम सत्कारयोग सतगुरां दी साजी निवाजी गुरु रूप प्यारी साध संगत जी, गुरु दरबार दे विच आपो अपना प्यार सत्कार लेके नितनेम कर्म अनुसार बैठे हाँ। गुरु साहिब जी महाराज आप जी महान किरपा करते ने। नित नवें तो नवा ज्ञान गुरु साहिब जी महाराज साडी झोली दे विच पाउंदे हन, तां कि गुरमुखां नूं किसी भी प्रकार की दुविधा ना रहे ਅਤੇ ਜਿਹੜੀ ਇਹਨਾਂ ਦੀ ਸੁਚੱਜੀ ਜ਼ਿੰਦਗੀ ਹੈ, ਇਸ ਸੁਚੱਜੀ ਜ਼ਿੰਦਗੀ ਦੇ ਪੂਰੇ ਦਾ ਪੂਰਾ ਰਸ ਜਿਹੜਾ ਹੈ, ਆਨੰਦ ਜਿਹੜਾ ਹੈ ਉਹ ਮਾਣ ਸਕਣ। ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ। सदा ही परमात्मा के चरणों के विच बैठ करके परमात्मा दीयां सिफतां करनियां, नित परमात्मा वखो वखरियां वस्तुआं जड़ियां है वो मनुखता की झोली दे विच अक्सर पाउंदे ने। अनजान मनुख कई बारी तो परमात्मा की वस्तु की साਂਭ संभाल नहीं करता। कई बारी जो कुछ परमात्मा दे रहा है उस ते ये बड़ा नाराज हो जाता है। गुरु साहिब जी महाराज जी कहते ने, तैनूं बड़ा कुछ बख्शिया है, परमात्मा की दिती हुई दात दी तू कदर करया कर। सारी दी सारी जिंदगी मनुख नूं परमात्मा दे नाम दीयां सिफतां करनियां चाहीदियां ने। अगर भाई जे इस रसना दे नाल सिफतां नहीं करदा, दुनियादारी दे विच खचत होया बैठा है, ते फिर गुरु साहिब जी महाराज कहते ने ये तेरी रसना हमेशा निंदिया दे विच लगी रहेगी। ते निंदक बंदे दा गुरु साहिब जी महाराज ने बड़े फरमान दिते ने। गुरु नानक महाराज अकाल पुरख दी गुरबाणी, पर निंदा पर मन मुख सुधी, अगन करोध चंडाल, रस कस आप सलाहना, एक कर्म मेरे करतार। जेड़े किसे दी निंदिया करते ने, निंदिया कहते हैं जां ते गल नूं वधा के करना जां गल नूं घटा के करना, ਉਹਨੂੰ ਨਿੰਦਿਆ ਕਹਿੰਦੇ ਨੇ। ਜਾਂ ਤੇ ਗੱਲ ਨੂੰ ਵਧਾ ਕੇ ਅਗਾਹਾਂ ਕਰ ਦੇਣੀ ਜਾਂ ਗੱਲ ਨੂੰ ਘਟਾ ਕੇ ਅਗਾਹਾਂ ਕਰ ਦੇਣੀ, ਇਹਨੂੰ ਨਿੰਦਿਆ ਕਹਿੰਦੇ ਨੇ। ਤੇ ਨਿੰਦਕ ਨਿੰਦਿਆ ਕਿਸੇ ਦੀ ਕਰਨੀ, ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਪਰ ਨਿੰਦਾ ਪਰਾਈ ਨਿੰਦਿਆ ਦੂਸਰੇ ਦੀ, ਕਿਉਂਕਿ ਨਿੰਦਿਆ ਹਮੇਸ਼ਾ ਮਨੁੱਖ ਦੂਜੇ ਦੀ ਕਰਦਾ ਹੈ, ਆਪਣੀ ਨਿੰਦਿਆ ਇਹ ਸੁਣ ਕੇ दुखी होता है। पर निंदा पराई निंदा, पर निंदा पर मल मुख सुधी, पर मल
ਮੁਖ ਸੁਧੇ। ਜਿਹੜਾ ਪਰਾਈ ਨਿੰਦਿਆ ਕਰਦਾ ਹੈ, ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ ਉਹ ਪਰਾਏ ਮਨੁੱਖ ਦੀ ਗੰਦਗੀ ਖਾ ਰਿਹਾ। ਅਗਨ ਕ੍ਰੋਧ ਚੰਡਾਲ, ਰਸ ਕਸ ਆਪ ਸਲਾਹਨਾ, ਇਹ ਕਰਮ ਮੇਰੇ ਕਰਤਾ। इतना बड़ा वचन गुरु नानक महाराज ने कहा। ਜਿਹੜਾ ਮਨੁੱਖ ਪਰਮਾਤਮਾ ਦੀ ਸਿਫਤ ਸਲਾਘਾ ਦੇ ਵਿੱਚ ਲੱਗ ਜਾਂਦਾ ਹੈ, ਉਹਨੂੰ ਤੇ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਨੇ ਇਸ ਘਰ ਦੇ ਵਿੱਚੋਂ ਬੜੇ ਸ਼ਬਦ ਉਸ ਵਾਸਤੇ, ਉਹਦੇ ਸਤਿਕਾਰ ਵਾਸਤੇ ਬਚਨ ਉਚਾਰੇ ਨੇ ਗੁਰੂ ਸਾਹਿਬ ਜੀ ਮਹਾਰਾਜ ਨੇ, ਕਿ ਜਿਹਨੇ ਤੇ ਗੁਰੂ ਸਾਹਿਬ ਜੀ ਮਹਾਰਾਜ ਦਾ ਹੁਕਮ ਨੂੰ ਮੰਨ ਲਿਆ ਅਤੇ ਜਿਸ ਨੇ ਗੁਰੂ ਸਾਹਿਬ ਜੀ ਮਹਾਰਾਜ ਦੇ ਹੁਕਮ ਨੂੰ ਨਾ ਮੰਨਿਆ। ਜਦੋਂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਉਦਾਸੀ ਤੇ ਗਏ ਨੇ ਤੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਭਾਈ ਮੂਲੇ ਨੂੰ ਨਾਲ ਲੈ ਗਏ ਸੀ। ਇਹ ਚੱਲ ਮੂਲੇ ਚੱਲਦੇ ਆ। ਜਦੋਂ ਭਾਈ ਮੂਲਾ ਜੀ ਤੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਨਾਲ ਚਲਿਆ ਗਿਆ, ਕਾਫੀ ਲੰਬਾ ਸਮਾਂ ਘਰ ਦੇ ਵਿੱਚ ਨਾ ਪਰਤਿਆ ਤੇ ਜਿਹੜੇ ਘਰ ਵਾਲੇ ਸੀ ਉਹ ਵਿਚਾਰੇ ਦੁਖੀ ਹੋ ਗਏ। ਕਹਿੰਦੇ ਹੁਣ ਤੂੰ ਤੇ ਫਕੀਰਾਂ ਦੇ ਨਾਲ ਚੱਲ ਪਿਆ, ਘਰ-ਬਾਰ ਦੀ ਸਾਂਭ ਸੰਭਾਲ ਜਿਹੜੀ ਹੈ ਉਹ ਕੌਣ ਕਰੇਗਾ, ਉਹ ਕੌਣ ਕਰੇਗਾ। ਜਦ ਵਾਪਸ ਆਏ, ਵਾਪਸ ਆਉਣ ਤੋਂ ਬਾਅਦ ਮੂਲੇ ਨੂੰ ਉਹਨਾਂ ਦੀ ਧਰਮ ਸਪਤਨੀ ਨੇ ਸਮਝਾਇਆ ਕਿ ਇਹ ਘਰ-ਬਾਰ ਛੱਡ ਕੇ ਇੰਨਾ ਸਮਾਂ ਬਾਹਰ ਨਹੀਂ ਜਾਈਦਾ। ਤੇ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਕਿ ਪਰਮਾਤਮਾ ਦੀ ਪਹਿਚਾਨ ਉਹੀ ਮਨੁੱਖ ਕਰ ਸਕਦਾ ਜਿਹੜਾ ਪਰਮਾਤਮਾ ਤੋਂ ਪ੍ਰਭਾਵਿਤ ਹੋਵੇ। ਮਨੁੱਖ ਨੂੰ ਉਹੀ ਕੰਮ ਕਰਨਾ ਚੰਗਾ ਲੱਗਦਾ ਜਿਹੜੇ ਕੰਮ ਤੋਂ ਉਹ ਪ੍ਰਭਾਵਿਤ ਹੋਵੇ। ਜਿਹੜੇ ਕੰਮ ਤੋਂ ਪ੍ਰਭਾਵਿਤ ਨਹੀਂ, ਚਾਹੇ ਜਿੰਨਾ ਮਰਜ਼ੀ ਉਹਦੇ ਵਿੱਚੋਂ ਧਨ ਮਿਲਦਾ ਹੋਵੇ, ਨਹੀਂ ਕਰਦਾ। ਉਹ ਤੇ ਇੱਕੋ ਹੀ ਗੱਲ ਤੇ ਖੜ ਜਾਂਦਾ ਕਿ ਹੁਣ ਮੈਂ ਤੇ ਸਾਰੀ ਜ਼ਿੰਦਗੀ ਇਹੀ ਕੰਮ ਕਰਨਾ ਹੈ, ਕਿਉਂਕਿ ਉਹ ਪ੍ਰਭਾਵਿਤ ਹੀ ਉਸੇ ਕੰਮ ਤੋਂ ਹੈ, ਦੂਜਾ ਕੰਮ ਨਹੀਂ ਕਰ ਸਕਦਾ। ਭਾਵੇਂ ਜਿੰਨਾ ਮਰਜ਼ੀ ਧਨ ਬਣਦਾ ਹੋਵੇ, ਜਿੰਨਾ ਮਰਜ਼ੀ ਸਹੂਲਤਾਂ ਮਿਲਦੀਆਂ ਹੋਣ, ਪਰ ਜੇ ਤੋਂ ਮਨੁੱਖ ਦਾ ਮਨ ਪ੍ਰਭਾਵਿਤ ਹੈ ਉਹ ਉਹੀ ਕੰਮ ਕਰਕੇ ਰਾਜੀ ਹੈ, ਉਸੇ ਜਗ੍ਹਾ 'ਤੇ ਜਾ ਕੇ ਰਾਜੀ ਹੈ। ਜੇ ਤੋਂ ਮਨ ਪ੍ਰਭਾਵਿਤ ਹੈ, ਵੈਸੇ ਹੀ ਮਨੁੱਖ ਕੱਪੜੇ ਪਾ ਰਿਹਾ, ਸਭ ਕੁਛ ਵੈਸਾ ਹੀ ਕਰ ਰਿਹਾ, ਖਾਣਾ ਵੀ ਖਾ ਰਿਹਾ ਤਾਂ ਜੈਸਾ ਇਹਦੇ ਮਨ ਨੂੰ ਚਾਹੁੰਦਾ ਖਾ ਰਿਹਾ। ਜਿਸ ਤੋਂ ਮਨੁੱਖ ਦਾ ਮਨ ਪ੍ਰਭਾਵਿਤ ਹੈ ਤੇ ਜਦੋਂ ਇਹਦਾ ਮਨ ਪਰਮਾਤਮਾ ਤੋਂ ਪ੍ਰਭਾਵਿਤ ਹੋ ਜਾਵੇ ਕਿ ਮੈਂ ਕੁਰਬਾਨ ਜਾਣਾ ਪਰਮਾਤਮਾ ਤੋਂ, ਤੇ ਫਿਰ ਇਹ ਜਿਹੜਾ ਹੈ ਦੁਨੀਆ ਦੇ ਸਾਰੇ ਰਸ ਛੱਡ ਕੇ ਪਰਮਾਤਮਾ ਦੇ ਚਰਨਾਂ ਦੇ ਵਿੱਚ ਟਿਕ ਪੈਂਦਾ ਹੈ। ਜਿਸ ਤਰ੍ਹਾਂ ਭਾਈ ਤੀਰਥਾ, ਜਿਹਨੂੰ ਅਸੀਂ ਸਾਖੀ ਦੇ ਵਿੱਚ ਕਹਿੰਦੇ ਹਾਂ ਨਾ ਭਾਈ ਮੰਝ, ਭਾਈ ਮੰਝ ਦਾ ਨਾਮ ਸੀ ਭਾਈ ਤੀਰਥਾ। ਮਜ਼ਾਕੀ ਪਿੰਡ ਦਾ ਚੌਧਰੀ ਸੀ। ਘੋੜੇ, ਹਾਥੀ, ਗੱਡੇ, ਬੜਾ ਕੁਛ ਸੀ ਘਰੇ, ਨੌਕਰ ਚਾਕਰ ਕੰਮ ਕਰਦੇ ਸੀ। ਪਰ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਐਸੀ ਪ੍ਰੇਮ ਦੀ ਡੋਰ ਪਾਈ, ਆਪਣਾ ਘਰ-ਬਾਰ ਛੱਡ ਕੇ ਗੁਰੂ ਦੇ ਚਰਨਾਂ ਵਿੱਚ ਆ ਗਏ। ਜੀ ਤੋਂ ਮਨ ਪ੍ਰਭਾਵਿਤ ਹੋਵੇ। ਲੰਗਰ ਦੇ ਵਿੱਚ ਬੈਠਾ ਪ੍ਰਸ਼ਾਦਾ ਛਕ ਰਿਹਾ ਸੀ, ਲਾਂਗਰੀ ਨੂੰ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਪੁੱਛਿਆ, ਜੀ ਤੋਂ ਮਨ ਪ੍ਰਭਾਵਿਤ ਹੋਵੇ। ਕਹਿੰਦੇ ਇਹ ਭਾਈ ਇਹ ਪ੍ਰਸ਼ਾਦਾ ਲੰਗਰ ਦੇ ਵਿੱਚੋਂ ਹੀ ਛਕਦੇ ਨੇ,
ਲਾਂਗਰੀ ਕਹਿੰਦਾ ਜੀ ਹਾਂ, ਲੰਗਰ ਵਾਸਤੇ ਲੱਕੜੀਆਂ ਲੈ ਕੇ ਆਉਣੀਆਂ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜਾਂਦੇ ਜਾਂਦੇ ਕਹਿੰਦੇ, ਜਿਹੋ ਜਿਹੀਆਂ ਲੰਗਰ ਵਾਸਤੇ ਲੱਕੜੀਆਂ ਲੈ ਕੇ ਆਉਣਾ, ਉਹੋ ਜਿਹਾ ਗੁਰੂ ਦੇ ਲੰਗਰ ਦੇ ਵਿੱਚੋਂ ਪ੍ਰਸ਼ਾਦਾ ਛਕ ਜਾਂਦਾ। ਸੇਵਾ ਕਿਹੜੀ ਗੱਲ? ਭਾਈ ਤੀਰਥਾ ਜੀ ਦੇ ਬੈਰਾਗ ਦੇ ਅਥਰੂ ਆ ਗਏ ਲੰਗਰ ਵਿੱਚ ਬੈਠਿਆਂ ਦੇ। ਲਾਂਗਰੀ ਸਿੰਘ ਕਹਿਣ ਲੱਗਿਆ, ਕਹਿੰਦੇ ਤੁਸੀਂ ਗਿਲਾ ਸ਼ਿਕਵਾ ਕਰ ਗਏ ਹੋ ਕਿ ਗੁਰੂ ਸਾਹਿਬ ਜੀ ਮਹਾਰਾਜ ਨੇ ਇੰਝ ਕਿਉਂ ਕਹਿ ਦਿੱਤਾ? ਕਹਿੰਦੇ ਨਹੀਂ ਨਹੀਂ, ਉਹਨਾਂ ਦੀ ਅਵਸਥਾ ਇਹ ਬਣ ਗਈ ਸੀ। ਭਾਈ ਤੀਰਥਾ ਜੀ ਲਾਂਗਰੀ ਨੂੰ ਕਹਿਣ ਲੱਗੇ, ਲਾਂਗਰੀਆ, ਮੈਂ ਗੁਰੂ ਦਾ ਬਚਨ ਦਾ ਮੈਂ ਕੋਈ ਗਿਲਾ ਸ਼ਿਕਵਾ ਨਹੀਂ ਕੀਤਾ। ਮੈਂ ਤੇ ਸੋਚ ਰਿਹਾ ਕਿ ਜਿੱਥੇ ਮੈਂ ਤਿਲਕਣ ਲੱਗਦਾ, ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਮੇਰੀ ਬਾਂਹ ਪਕੜ ਕੇ ਮੈਨੂੰ ਸਾਂਭ ਲੈਂਦੇ ਨੇ। ਮੈਨੂੰ ਤੇ ਇਸ ਗੱਲ ਦਾ ਹੀ ਨਹੀਂ ਪਤਾ ਸੀ ਕਿ ਜਿੰਨੀ ਕੁ ਮੈਂ ਸੇਵਾ ਕਰਦਾ, ਉਹਨਾਂ ਕੁ ਮੈਂ ਉਹਦੇ ਵਿੱਚੋਂ ਭੋਜਨ ਛਕ ਜਾਂਦਾ। ਜਿੱਥੇ ਮੈਂ ਤਿਲਕਣ ਲੱਗਦਾ ਹਾਂ, ਗੁਰੂ ਸਾਹਿਬ ਜੀ ਮਹਾਰਾਜ ਮੇਰੇ ਕੋਲ ਆ ਕੇ ਮੇਰੀ ਬਾਂਹ ਪਕੜ ਕੇ ਮੈਨੂੰ ਤਿਲਕਣ ਤੋਂ ਬਚਾ ਲੈਂਦੇ। ਅਵਸਥਾ ਬਣ ਗਈ ਸੀ। ਗੁਰਮੁਖਾਂ ਦੀ ਅਵਸਥਾ ਇਹੋ ਹੀ ਹੁੰਦੀ ਹੈ। ਉਹ ਸਿੱਖ ਸੀ, ਮਹਾਰਾਜ ਦੇ ਪਿਆਰੇ ਸਿੱਖ, ਤੇ ਗੁਰੂ ਸਾਹਿਬ ਜੀ ਮਹਾਰਾਜੀਆਂ ਨੇ ਜਿਸ ਤੋਂ ਮਨ ਪ੍ਰਭਾਵਿਤ ਹੈ, ਮਨ ਉਸ ਵੱਲ ਜਾਂਦਾ ਹੈ। ਤੋ ਜਦੋਂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਭਾਈ ਮੂਲੇ ਦੇ ਦੂਜੀ ਵਾਰ ਘਰੇ ਗਏ ਨੇ ਨਾ, ਭਾਈ ਮੂਲੇ ਨੂੰ ਲੈਣ ਵਾਸਤੇ, ਆਵਾਜ਼ ਮਾਰੀ ਗੁਰੂ ਨਾਨਕ ਮਹਾਰਾਜ ਨੇ। ਦੂਰੋਂ ਤੇ ਦੇਖ ਲਿਆ ਸੀ ਭਾਈ ਮੂਲੇ ਦੀ ਧਰਮ ਸਪਤਨੀ ਨੇ ਕਿ ਇਹ ਉਹੀ ਫਕੀਰ ਨੇ ਜਿਹੜੇ ਫਕੀਰਾਂ ਦੇ ਨਾਲ ਮੂਲਾ ਪਹਿਲਾਂ ਗਿਆ ਸੀ ਤੇ ਕਾਫੀ ਲੰਮਾ ਸਮਾਂ ਇਹ ਘਰ ਵਾਪਸ ਮੁੜ ਕੇ ਨਹੀਂ ਆਇਆ ਸੀ। ਤੋ ਕੰਮ ਧੰਦੇ ਸੀ ਜਿਹੜੇ ਘਰ ਦੇ ਸਾਰੇ ਰੁਕ ਗਏ ਸਨ, ਲੰਮਾ ਸਮਾਂ ਨਹੀਂ ਮੁੜ ਕੇ ਆਇਆ ਸੀ। ਜਦੋਂ ਨੇ ਦੂਰੋਂ ਦੇਖਿਆ ਤੇ ਮੂਲੇ ਨੂੰ ਕਹਿ ਲਗੇ, ਤੇ ਉਹੀ ਫਕੀਰ ਆਉਂਦੇ ਨੇ ਜਿਹੜੇ ਫਕੀਰ ਤੈਨੂੰ ਪਹਿਲਾਂ ਲੈ ਕੇ ਗਏ ਸੀ ਘਰ ਵਿੱਚ। ਤੇ ਮੂਲਾ ਕਹਿੰਦਾ ਸੀ ਚਲੋ ਅੱਜ ਵੀ ਲੈਣ ਆਏ ਹੋਏ ਨੇ, ਮੈਂ ਚੱਲਾਂਗਾ ਨਾਲ। ਉਹਨਾਂ ਦੀ ਧਰਮ ਸਪਤਨੀ ਕਹਿਣ ਲੱਗੀ, ਕਹਿੰਦੇ ਤੁਸੀਂ ਨਹੀਂ ਨਾਲ ਜਾਣਾ, ਅੱਜ ਘਰੇ ਕੌਣ ਰਹੇਗਾ? ਘਰ ਦੇ ਵਿੱਚ ਕੌਣ ਕੰਮ ਧੰਦੇ ਕਰੇਗਾ? ਉਸ ਦਾ ਮਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਤੋਂ ਪ੍ਰਭਾਵਿਤ ਨਹੀਂ ਸੀ, ਕਿਉਂਕਿ ਇਹ ਪਰਮਾਤਮਾ ਦਾ ਜਿਹੜਾ ਨਾਮ ਹੈ, ਇਹ ਜਿਹੜਾ ਧਰਮ ਹੈ, ਇਹ ਇੱਕ ਦੂਸਰੇ ਨੂੰ ਕਦੇ ਦਿੱਤਾ ਨਹੀਂ ਜਾ ਸਕਦਾ। ਆਪ ਜੀ ਨੇ ਇਤਿਹਾਸ ਦੇ ਵਿੱਚੋਂ ਬੜੇ ਸੁਚੱਜੇ ਢੰਗ ਦੇ ਨਾਲ ਜਿਹੜੀਆਂ ਅਸੀਂ ਸਾਖੀਆਂ, ਪ੍ਰਮਾਣ, ਗੁਰਬਾਣੀ ਦੇ ਪ੍ਰਮਾਣ, ਗੁਰੂ ਦੇ ਸ਼ਬਦ ਦੇ ਪ੍ਰਮਾਣ ਜਿਹੜੇ ਨੇ ਅਸੀਂ ਸਰਵਣ ਕਰਦੇ ਹਾਂ, ਇੱਕ ਦੂਜੇ ਨੂੰ ਨਹੀਂ ਦਿੱਤਾ ਜਾ ਸਕਦਾ। ਇਹ ਤੇ ਸਿਰਫ ਜਪਿਆ ਜਾ ਸਕਦਾ ਨਾਮ। ਜਪੋ ਤਾਂ ਏਕੋ ਨਾਮਾ, ਅਵਰ ਨਿਰਾਫਲ ਕਾਮਾ। ਸ਼ਬਦ ਇਹ ਗੁਰਬਾਣੀ ਦਾ ਹੈ ਕਿ ਜੇ ਤੇ ਗੁਰੂ ਦੇ ਸ਼ਬਦ ਨੂੰ ਟੇਕ ਲੈ ਕੇ ਤੂੰ ਜਪ ਰਿਹਾ ਹੈ, ਤੋ ਸਤਿਗੁਰੂ ਮਹਾਰਾਜ ਜੀ ਨੇ ਤੈਨੂੰ ਕਿਹਾ ਜਪਣ ਵਾਸਤੇ ਜਪੀ ਚੱਲ, ਜਪੀ ਚੱਲ। ਜੇ ਕੋਈ ਹੋਰ ਕਰਮ ਕਰੇਗਾ, ਅਵਰ ਨਿਰਾਫਲ ਕਾਮਾ, ਅਵਰ ਦਾ ਭਾਵ ਹੈ ਸਾਰੇ, ਨਾਮ ਜਪੇਗਾ ਤੇ ਸਤਿਗੁਰਾਂ ਦੇ ਆਖੇ ਤੋਂ ਲੰਘ ਗਿਆ। ਅਗਰਵਾਈਜ਼ ਜੇ ਕੋਈ ਹੋਰ ਕਰਮ ਕਰੇਗਾ ਤੇ ਉਹ ਤੇਰਾ ਸਭ ਦਾ ਸਭ ਨਿਫਲ ਹੈ। ਅਵਰ ਨਿਰਾਫਲ ਕਾਮਾ, ਇਹਦੇ ਵਿੱਚ ਜਿੰਨੇ ਵੀ ਤੂੰ ਹੋਰ ਕਰਮ ਕਰੇਗਾ ਉਹ ਸਭ ਦੇ ਸਭ ਨਿਫਲ ਨੇ। ਇਹ ਜਪਣ ਵਾਸਤੇ ਹੈ। ਅਗਰਵਾਈਜ਼ ਜੇ ਤੂੰ ਕਿਤੇ ਲਿਖ ਰਿਹਾ ਹੈ ਗੁਰੂ ਦੇ ਸ਼ਬਦ ਨੂੰ, ਨਿਰਾਫਲ ਹੈ, ਨਿਫਲ ਹੈ। ਸਤਿਗੁਰਾਂ ਨੇ ਲਿਖਣ ਵਾਸਤੇ ਨਹੀਂ ਕਿਹਾ, ਕਿਸੇ ਨੂੰ ਦਿੱਤਾ ਵੀ ਨਹੀਂ ਜਾ ਸਕਦਾ।
ये किसी नूं दिता नहीं जा सकता। जपो तां एको नाम अवर निराफल कम। ਜਿਹੜਾ ਤੇ ਮਨੁੱਖ ਨਾਮ ਜਪ ਰਿਹਾ ਇਸ ਰਸਨਾ ਦੇ ਨਾਲ, ਉਹ ਤੇ ਅਕਾਲ ਪੁਰਖ ਦੇ ਲੱਗ ਗਿਆ ਆਖੇ। ਜਿਹੜਾ ਕੋਈ ਹੋਰ ਕਰਮ ਕਰ ਰਿਹਾ ਹੈ, ਕਿਸੇ ਨੂੰ ਸੁਝਾਅ ਦੇ ਰਿਹਾ ਜਾਂ ਹੋਰ ਬੜਾ ਕੁਛ ਕਰਦਾ ਪਿਆ, ਇਹ ਸਭ ਦਾ ਸਭ ਨਿਰਾਫਲ ਹੈ। ਇਸ ਤੇ ਦੁਨੀਆ ਤੇ ਗੱਲ ਇਸੇ ਤੇ ਖੜੀ ਹੈ ਕਿ ਆਪਣੇ ਪੱਲੇ ਭਾਵੇਂ ਕੁਛ ਵੀ ਨਾ ਹੋਵੇ ਤੇ ਦੂਜਿਆਂ ਨੂੰ ਤੇ ਉਪਦੇਸ਼ ਕਰਨਾ ਇਸ ਵਾਸਤੇ ਬੜਾ ਆਸਾਨ ਹੈ। ਬੜੇ ਆਸਾਨ ਤਰੀਕੇ ਦੇ ਨਾਲ ਦੂਜਿਆਂ ਨੂੰ ਉਪਦੇਸ਼। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਅਵਰਹਿ ਕੋ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ, ਰਾਸ ਵਿਰਾਨੀ ਰਾਖ ਤੇ ਖਾਇਆ ਘਰ ਕਾ ਖੇਤ। ਜਿਹੜਾ ਦੂਸਰਿਆਂ ਨੂੰ ਉਪਦੇਸ਼ ਦਿੰਦਾ ਹੈ, ਉਹਦੇ ਆਪਣੇ ਮੁਖ ਦੇ ਵਿੱਚ ਰੇਤ ਹੋਵੇ। ਜਿੰਨਾ ਦੂਜਿਆਂ ਨੂੰ ਕਹਿੰਦਾ ਖੁਦ ਕਮਾਈ ਨਹੀਂ ਕਰ ਰਿਹਾ, ਜਿੰਨਾ ਦੂਜਿਆਂ ਨੂੰ ਉਪਦੇਸ਼ ਦੇ ਰਿਹਾ ਇਹ ਖੁਦ ਉਹਨੇ ਕਮਾਈ ਨਹੀਂ ਕਰਦਾ। ਰਾਸ ਵਿਰਾਨੀ ਰਾਖ ਤੇ ਖਾਇਆ ਘਰ ਕਾ ਖੇਤ। ਜਿਹੜੇ ਘਰਾਂ ਦੇ ਵਿੱਚ ਸਾਡੇ ਖੇਤ ਨੇ, ਜਿੱਥੇ ਅਸੀਂ ਆਪਣੇ ਬੱਚਿਆਂ ਦੀ ਪਾਲਣ ਪੋਸ਼ਣਾ ਕਰਦੇ ਹਾਂ, ਉਹਨੂੰ ਜੇ ਕੋਈ ਹੋਰ ਆਵੇ ਤੇ ਘਰ ਦੇ ਖੇਤ ਨੂੰ ਕੋਈ ਵੱਢ ਕੇ ਲੈ ਜਾਵੇ, ਅਸੀਂ ਕਹਿ ਦਿੰਦੇ ਹਾਂ ਕੋਈ ਪਰਾਇਆ ਲੈ ਗਿਆ। ਪਰ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਸੁਚੇਤ ਰਹਿ, ਕਿਤੇ ਤੂੰ ਆਪਣੇ ਘਰ ਨੂੰ ਆਪ ਹੀ ਤੇ ਨਹੀਂ ਖਾਈ ਜਾਂਦਾ। ਆਪਣੇ ਖੇਤ ਨੂੰ ਆਪ ਹੀ ਖਾਈ ਜਾਂਦਾ ਹੈ। ਰਾਸ ਬਿਰਾਨੀ ਰੱਖ ਤੇ ਖਾਇਆ ਘਰ ਕਾ ਖੇਤ। ਆਪਣੀ ਜ਼ਿੰਦਗੀ ਨੂੰ ਆਪ ਹੀ ਖਾਈ ਜਾਣਾ, ਆਪਣੇ ਮਾਸ ਨੂੰ ਆਪ ਹੀ ਖਾਈ ਜਾਣਾ, ਆਪਣੇ ਸਰੀਰ ਦੇ ਅੰਦਰ ਆਪ ਹੀ ਅੱਗ ਲਾਈ ਜਾਣੀ। ਇਹ ਤੇ ਨਹੀਂ ਕਰਮ ਕਰ ਰਿਹਾ। ਕਿਤੇ ਆਪਣੇ ਜ਼ਿੰਦਗੀ ਦੇ ਅੰਦਰ ਆਪ ਹੀ ਤੇ ਨਹੀਂ ਤੂੰ ਦੁਸ਼ਮਣ ਪੈਦਾ ਕਰੀ ਬੈਠਾ ਕਿ ਜਿਹੜੇ ਤੇਰੀ ਜ਼ਿੰਦਗੀ ਨੂੰ ਅੰਦਰੋਂ ਅੰਦਰ ਹੀ ਖਤਮ ਕਰ ਰਹੇ ਨੇ। ਪਰਾਇਆ ਖਾਵੇ ਤੇ ਕਹਿ ਸਕਦੇ ਹਾਂ ਕਿ ਖੇਤ ਬੀਜਿਆ ਸੀ ਕੋਈ ਪਰਾਇਆ ਖਾ ਗਿਆ। ਪਰ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਤੈਨੂੰ ਇਹ ਜ਼ਿੰਦਗੀ ਮਿਲੀ ਹੈ, ਕਦੇ ਇਸ ਜ਼ਿੰਦਗੀ ਨੂੰ ਕਦੇ ਤੂੰ ਆਪਣੇ ਆਪ ਤੇ ਨਹੀਂ ਖਤਮ ਕਰ ਰਿਹਾ। ਬਹੁਤਾ ਲੋਭ, ਬਹੁਤਾ ਕ੍ਰੋਧ, ਬਹੁਤਾ ਹੰਕਾਰ ਅਕਸਰ ਜ਼ਿੰਦਗੀ ਦੇ ਵੱਡੇ ਦੁਸ਼ਮਣ ਬਣ ਕੇ ਇਸ ਨੂੰ ਅੰਦਰੋਂ ਅੰਦਰ ਹੀ ਖਤਮ ਕਰ ਦਿੰਦੇ ਨੇ। ਵੱਡੇ ਦੁਸ਼ਮਣ ਨੇ। ਅਵਰਹਿ ਕੋ ਉਪਦੇਸ਼ ਤੇ ਸਾਰੀ ਦੁਨੀਆ ਦੀ ਜ਼ਿੰਦਗੀ ਦਾ ਮਕਸਦ ਬਣਿਆ ਹੋਇਆ ਦੂਜਿਆਂ ਨੂੰ ਉਪਦੇਸ਼ ਕਰਨਾ। ਸਭ ਦੀ ਜ਼ਿੰਦਗੀ ਦਾ ਦੂਜਿਆਂ ਨੂੰ ਉਪਦੇਸ਼ ਕਰਨਾ, ਤੇ ਸਾਰੀ ਦੁਨੀਆ ਕਰਦੀ ਪਈ ਹੈ। ਮੁਖ ਮੈਂ ਪਰ ਹੈ ਰੇਤ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਜੋ ਦੂਜਿਆਂ ਨੂੰ ਉਪਦੇਸ਼ ਕਰਦਾ ਹੈ, ਆਪ ਇਹ ਉਸ ਗੱਲ ਦੀ ਕਮਾਈ ਕਰਦਾ ਨਹੀਂ। ਤੇ ਜੇ ਆਪ ਨਹੀਂ ਕਰਦਾ ਤੇ ਦੂਜਿਆਂ ਨੂੰ ਉਪਦੇਸ਼ ਕਰਦੇ ਆਪ ਉਸ ਗੱਲ ਦੀ ਕਮਾਈ ਨਹੀਂ ਕਰਦਾ, ਤਾਂ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਕਿ ਆਪਣੀ ਜ਼ਿੰਦਗੀ ਨੂੰ ਤੋਂ ਆਪ ਹੀ ਘੁਣਾ ਲੱਗ ਕੇ ਆਪ ਹੀ ਅੰਦਰੋਂ ਖਤਮ ਕਰ ਰਿਹਾ ਹੈ। ਦੇਖੋ ਇਹ ਕਿੱਡਾ ਵੱਡਾ ਉਪਦੇਸ਼ ਹੈ ਗੁਰੂ ਸਾਹਿਬ ਜੀ ਮਹਾਰਾਜ ਦਾ। ਮੈਂ ਦੁਬਾਰੇ ਫਿਰ ਦੁਹਰਾ ਦੇਵਾਂ, ਜਿਹੜਾ ਮਨੁੱਖ ਦੂਜਿਆਂ ਨੂੰ ਸਿੱਖਿਆ ਦਿੰਦਾ ਹੈ, ਇੰਝ ਕਹਿ ਸਕੀਏ ਸਿੱਖਿਆ ਦਿੰਦਾ ਹੈ ਕਿ ਤੁਸੀਂ ਇਸ ਮਾਰਗ ਤੇ ਚੱਲੋ, ਤੁਸੀਂ ਇੰਝ ਨਾਮ ਜਪਿਆ ਕਰੋ, ਇੰਝ ਤੁਸੀਂ ਸੇਵਾ ਕਰਿਆ ਕਰੋ, ਆਹ ਕੰਮ ਕਰਿਆ ਕਰੋ, ਇਹਦੇ ਵਿੱਚੋਂ ਤੁਹਾਨੂੰ ਦੂਜਿਆਂ ਨੂੰ ਉਪਦੇਸ਼ ਕਰਨਾ। ਕਿਸੇ ਵੀ ਪ੍ਰਕਾਰ ਦਾ ਉਪਦੇਸ਼ ਹੋਵੇ, ਉਹਦੀ ਕਮਾਈ ਬੰਦਾ ਖੁਦ ਨਹੀਂ ਕਰ ਰਿਹਾ, ਜਿਹੜਾ ਦੂਜਿਆਂ ਨੂੰ ਉਪਦੇਸ਼ ਦੇ ਰਿਹਾ। ਤਾਂ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਤੈਨੂੰ ਜ਼ਿੰਦਗੀ ਦੇ ਵਿੱਚ ਦੁਸ਼ਮਣ ਪੈਦਾ ਕਰਨ ਦੀ ਲੋੜ ਹੀ ਨਹੀਂ ਹੈ, ਤੇਰੇ ਅੰਦਰ ਦੁਸ਼ਮਣ ਹੀ ਦੁਸ਼ਮਣ ਬੈਠੇ ਨੇ। ਰਾਸ ਵਿਰਾਨੀ ਰੱਖ ਤੇ ਖਾਇਆ ਘਰ ਕਾ ਖੇਤ। ਅੰਦਰੋਂ ਤੇਰੀ ਜਿਹੜੀ ਜ਼ਿੰਦਗੀ ਹੈ ਇਹ ਇਹਨਾਂ ਨੇ ਬਿਲਕੁਲ ਖਤਮ ਕਰ ਦਿੱਤੀ ਹੈ। ਤੇ ਦੁਨੀਆ ਦੀ ਤੇ ਆਮ ਗੱਲ ਬਣੀ ਹੈ ਦੂਜਿਆਂ ਨੂੰ ਉਪਦੇਸ਼ ਕਰਨਾ, ਆਪ ਉਹਦੀ ਕਮਾਈ ਨਾ ਕਰਨੀ। ਆਪ ਚੰਗਾ ਕੰਮ ਇੱਕ ਵੀ ਨਹੀਂ ਕਰਨਾ,
ਦੂਜਿਆਂ ਨੂੰ ਕਹਿਣਾ ਕਿ ਚੰਗੇ ਕੰਮ ਕਰਿਆ ਕਰੋ, ਚੰਗੇ ਕੰਮ ਕਰਨ ਦੇ ਚੰਗੇ ਨਤੀਜੇ ਹੁੰਦੇ, ਤੇ ਫਿਰ ਤੂੰ ਵੀ ਤਾਂ ਗੁਰਬਾਣੀ ਦਾ ਉਪਦੇਸ਼ ਸੁਣ ਲਾ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਤੇਰੇ ਵੀ ਮੁੱਖ ਦੇ ਵਿੱਚ ਰੇਤ ਭਰਿਆ ਹੋਇਆ, ਜਿਹੜਾ ਤੂੰ ਦੂਜਿਆਂ ਨੂੰ ਉਪਦੇਸ਼ ਦਿੰਦਾ। ਬਿਹਤਰ ਜ਼ਿੰਦਗੀ ਹੈ ਜਪੋ ਤਾਂ ਏਕੋ ਨਾਮਾ, ਅਵਰ ਨਿਰਾਫਲ ਕਾਮਾ। ਬਾਕੀ ਦੇ ਜਿੰਨੇ ਵੀ ਤੂੰ ਕਰਮ ਕਰ ਰਿਹਾ ਇਹ ਸਭ ਦੇ ਸਭ ਨਿਰਾਫਲ ਨੇ, ਇੱਕੋ ਪਰਮਾਤਮਾ ਦਾ ਨਾਮ ਜਪਿਆ ਕਰ। ਤੇ ਉਹ ਗੁਰੂ ਦੇ ਸ਼ਬਦ ਦਾ ਨਾਮ ਜਿਹੜਾ ਹੈ ਜਪਣ ਵਾਸਤੇ ਕੋਈ ਮਨੁੱਖ ਤਿਆਰ ਨਹੀਂ ਹੈ, ਕੋਈ ਤਿਆਰ ਨਹੀਂ। ਤੇ ਜੇ ਕੋਈ ਨਾਮ ਨਹੀਂ ਜਪ ਰਿਹਾ ਤੇ ਸਭ ਦੀਆਂ ਸਭ ਜ਼ਿੰਦਗੀਆਂ, ਇੱਕ ਇੱਕ ਜ਼ਿੰਦਗੀ ਹਜ਼ਾਰਾਂ ਹਜ਼ਾਰਾਂ ਦੁੱਖਾਂ ਨੂੰ ਸਾਂਭੀ ਬੈਠੀ ਹੈ। ਦੁੱਖੀ ਦੁੱਖ ਨੇ, ਦੁੱਖੀ ਦੁੱਖ ਨੇ, ਕਿਸ ਪੈ ਖੋਲੋ ਗੰਠੜੀ ਦੁਖੀ ਭਰ ਆਇਆ। ਸਭ ਦੇ ਸਭ ਦੁਖੀ ਨੇ। ਇੰਨੇ ਦੁੱਖ ਇਕੱਠੇ ਹੋ ਗਏ ਨੇ ਕਿ ਹੁਣ ਜ਼ਿੰਦਗੀ ਘੱਟ ਨਜ਼ਰ ਆਉਂਦੀ ਹੈ ਤੇ ਦੁੱਖ ਬਹੁਤੇ ਨਜ਼ਰ ਆ ਰਹੇ ਨੇ। ਇੰਨੇ ਦੁੱਖ ਵੱਧ ਗਏ, ਜ਼ਿੰਦਗੀ ਘੱਟ ਨਜ਼ਰ ਆਉਂਦੀ ਹੈ, ਦੁੱਖ ਬਹੁਤੇ ਵੱਧ ਗਏ ਨੇ। ਇਹ ਦੁਖਿਆਰਾ ਮਨੁੱਖ, ਇਸ ਦੇ ਅੰਦਰ ਜਦੋਂ ਦੁੱਖਾਂ ਦੀ ਬੜੀ ਭਰਮਾਰ ਹੋ ਜਾਂਦੀ ਹੈ, ਇਹਦੇ ਅੰਦਰੋਂ ਜਿਹੜੀ ਜੀਵਨ ਲੀਲਾ ਹੈ ਬਿਲਕੁਲ ਉਹ ਸਮਾਪਤ ਕਰ ਲੈਂਦਾ ਹੈ। ਬਸ ਸਰੀਰ ਇੱਕ ਸਮਾਜ ਦੇ ਵਿੱਚ ਤੁਰਿਆ ਫਿਰਦਾ, ਬੇਹੋਸ਼ੀ ਦੀ ਹਾਲਤ ਦੇ ਵਿੱਚ ਸਰੀਰ ਪਿਆ ਰਹਿੰਦਾ, ਸਮਾਜ ਦੇ ਵਿੱਚ ਪਿਆ। ਤਾਂ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਪਰਮਾਤਮਾ ਦਾ ਬਚਨ ਮੰਨਣ ਦੇ ਨਾਲ ਤੇਰੀ ਜ਼ਿੰਦਗੀ ਦਾ ਭਲਾ ਹੋਣਾ ਹੈ। ਗੁਰੂ ਨਾਨਕ ਮਹਾਰਾਜ ਨੂੰ ਦੇਖ ਕੇ ਨਾ ਮੂਲੇ ਦੇ ਘਰ ਵਾਲੀ ਕਹਿਣ ਲੱਗੀ, ਉਹੀ ਫਕੀਰ ਆ ਗਏ, ਕਹਿੰਦੇ ਤੂੰ ਐਂ ਕਰ, ਤੂੰ ਅੰਦਰ ਲੁਕ ਜਾ ਤੇ ਮੈਂ ਅੱਗਿਓਂ ਜਿਹੜਾ ਹੈ ਉਹ ਜਵਾਬ ਦੇ ਦੇਵਾਂਗੀ ਕਿ ਉਹ ਤੇ ਘਰ ਦੇ ਵਿੱਚ ਹੈ ਨਹੀਂ। ਮੂਲਾ ਕਹਿਣ ਲੱਗਿਆ, ਭਗਵਾਨੇ, ਰੱਬ ਦੇ ਪੈਗੰਬਰ ਨੇ, ਪਰਮਾਤਮਾ ਨੇ ਖੁਦ, ਮੈਂ ਚਲਿਆ ਜਾਣਾ, ਕੀ ਹੈ ਚੰਦ ਦਿਨਾਂ ਦੀ ਗੱਲ ਹੈ, ਮੈਂ ਫੇਰ ਆ ਜਾਵਾਂ। ਕਹਿਣ ਲੱਗੀ ਨਹੀਂ, ਹੁਣ ਤੁਹਾਨੂੰ ਘਰ ਦੇ ਵਿੱਚੋਂ ਨਹੀਂ ਜਾਣ ਦੇਣਾ। ਤੋ ਕਹਿੰਦੇ ਅੰਦਰ ਲੁਕ ਜਾ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਆਵਾਜ਼ ਮਾਰੀ, ਭਾਈ ਮੂਲੇ ਘਰ ਦੇ ਵਿੱਚ ਹੈ। ਅੰਦਰੋਂ ਆਵਾਜ਼ ਆਈ, ਕਹਿੰਦੇ ਜੀ ਉੱਤੇ ਘਰ ਵਿੱਚ ਹੈ ਨਹੀਂ। ਦੂਜੀ ਆਵਾਜ਼ ਗੁਰੂ ਨਾਨਕ ਮਾਰਦੇ ਨੇ, ਭਾਈ ਮੂਲੇ ਘਰ ਦੇ ਵਿੱਚ ਹੈ, ਆ ਸਾਡੇ ਨਾਲ ਚੱਲ। ਅੰਦਰੋਂ ਆਵਾਜ਼ ਆਈ ਜੀ, ਕਹਿੰਦੇ ਮੂਲਾ ਤੇ ਘਰ ਦੇ ਵਿੱਚ ਨਹੀਂ ਹੈ। ਇੱਥੇ ਨੋਟ ਕਰਿਓ, ਮੂਲੇ ਦੇ ਘਰ ਵਿੱਚ ਜਾ ਕੇ ਗੁਰੂ ਨਾਨਕ ਮਹਾਰਾਜ ਨੇ ਦੋ ਆਵਾਜ਼ਾਂ ਦਿੱਤੀਆਂ ਨੇ। ਅੰਮ੍ਰਿਤ ਵੇਲੇ ਉੱਠਣ ਦੀਆਂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਾਨੂੰ ਕਰੋੜਾਂ ਵਾਰੀ ਆਵਾਜ਼ਾਂ ਮਾਰਦੇ ਨੇ, ਕਰੋੜਾਂ ਵਾਰੀ। ਇੰਨੀਆਂ ਮਿੱਠੀਆਂ ਆਵਾਜ਼ਾਂ, ਇੰਨੀਆਂ ਪਿਆਰੀਆਂ ਆਵਾਜ਼ਾਂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੀ ਗੁਰਬਾਣੀ ਮਾਰਦੀ ਹੈ ਕਿ ਗੁਰਮੁਖ ਪਿਆਰਿਆ ਸੰਗਤ ਕਰ ਲੈ। ਗੁਰਮੁਖ ਪਿਆਰਾ ਕਹਿੰਦਾ ਮੈਂ ਤੇ ਆਉਣਾ ਹੀ ਨਹੀਂ, ਤੁਸੀਂ ਜਿੰਨੀਆਂ ਮਰਜ਼ੀ ਆਵਾਜ਼ਾਂ ਮਾਰੀ ਜਾਓ, ਨਹੀਂ ਆਉਂਦੇ। ਗੁਰੂ ਨਾਨਕ ਨੇ ਦੋ ਆਵਾਜ਼ਾਂ ਮਾਰੀਆਂ ਨੇ। ਅੱਜ ਗੁਰਬਾਣੀ ਕਿੰਨੀਆਂ ਆਵਾਜ਼ਾਂ ਸਾਨੂੰ ਮਾਰਦੀ ਹੈ ਕਿ ਤੁਸੀਂ ਸਤ ਸੰਗਤ ਕਰਿਆ ਕਰੋ, ਤੁਸੀਂ ਬਾਣੀ ਪੜ੍ਹਿਆ ਕਰੋ, ਤੁਸੀਂ ਨਾਮ ਜਪਿਆ ਕਰੋ, ਤੁਸੀਂ ਕਥਾ ਕੀਰਤਨ ਕਰਿਆ ਕਰੋ, ਕਥਾ ਕੀਰਤਨ ਸੁਣਿਆ ਕਰੋ। ਬੰਦਾ ਕਹਿੰਦਾ ਇਹ ਜਿੰਨੇ ਗੁਰੂ ਨਾਨਕ ਮਹਾਰਾਜ ਤੁਸੀਂ ਗੱਲਾਂ ਕਹਿੰਦੇ ਹੋ ਇਹਦੇ ਵਿੱਚੋਂ ਇੱਕ ਵੀ ਨਹੀਂ ਅਸੀਂ ਮੈਨੂੰ। ਆਵਾਜ਼ਾਂ ਮਾਰੀਆਂ ਤੋਂ ਆਏ ਨਹੀਂ, ਆਵਾਜ਼ਾਂ ਮਾਰੀਆਂ ਤੋਂ ਨਹੀਂ ਆਏ। ਜਦ ਕੋਈ ਦੁੱਖ ਆ ਗਿਆ ਫੇਰ ਭਜਦੇ ਨੇ, ਕਹਿੰਦੇ ਹੁਣ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਘਰ ਦੇ ਵਿੱਚੋਂ ਫਲਾਣੇ ਗੁਰਦੁਆਰੇ ਦੇ ਵਿੱਚ ਮੁਰਾਦ ਪੂਰੀ ਹੁੰਦੀ ਹੈ, ਉੱਥੇ ਸੁੱਖਣਾ ਸੁੱਖ ਕੇ ਆਈ, ਫੇਰ ਭਜਦੇ। ਅੱਜ ਉਹੀ ਗੁਰਬਾਣੀ ਹਰ ਇੱਕ ਮਨੁੱਖ ਨੂੰ ਆਵਾਜ਼ ਮਾਰਦੀ ਹੈ, ਪਰ ਕੋਈ ਵੀ ਮਨੁੱਖ ਬਾਣੀ ਪੜ੍ਹਨ ਵਾਸਤੇ ਤਿਆਰ ਨਹੀਂ ਹੈ। ਅੰਮ੍ਰਿਤ ਵੇਲੇ ਕੋਈ 5 ਬਾਣੀਆਂ ਦਾ ਨਿਤਨੇਮ ਕਰਨ ਵਾਸਤੇ ਤਿਆਰ ਨਹੀਂ ਹੈ।
कोई कथा करने वास्ते तैयार नहीं, कोई कीर्तन करने वास्ते तैयार नहीं है, कोई सुनने वास्ते तैयार नहीं है। मनुख तो सारी की सारी जिंदगी इंज ही कढ़ दिंदा है, कहते जी गुरबाणी की समझ नहीं आती, समझ नहीं आती। समझ लैण दे कदे यतन किए होण ते गुरबाणी की समझ भी आ जानी सी, पर हजे तक गुरबाणी की समझ लैण दे तूं यतन ही नहीं कीते। उंज भावें वड्डी तादाद दे विच हर एक जगह ते बड़ा बड़ा इकट्ठ हो जाता है। गुरबाणी अमृत वेले नित अपने गुरसिख प्यारिਆਂ ਨੂੰ आवाज़ां मारदी है, आए मेल गुरसिख आए मेल तू मेरे गुरु के प्यारे। तुसी आओ, नित गुरबाणी आवाज़ां मारदी है। ते जेड़े गुरबाणी दीयां आवाज़ां सुन के भी नहीं आउंदे परमात्मा दे चरनां दे विच, तो गुरु नानक ने जदों तीजी आवाज़ दिती ना, कहंदे भाई मूले आ चलिए। घर वाली कहन लगी, कहंदे फकीर जी तुहानूं एक बारी कहता कि मूला घर दे विच नहीं है। पत्नी ने गल कही, झूठ बोलिया गुरु नानक महाराज नूं। गुरु तेग बहादुर साहब जी महाराज ते बचन करते हैं, घर की नार उरह तन लागी, औ तो भूत भूत कर भागी। सब तो नज़दीक धर्म सपतरी है गुरु साहब जी महाराज। कहते जदों ये विचों आत्मा उडारियां मार गई, यह भी तेन भूत प्रेत कह की पुकारेगी। गुरु तेग बहादुर साहब जी बिपत भरी सभी संग छाड़त को ना आवत नेरै। घर की नार बहुत हित जास्यों सदा रहत संग लागी। जब ही हंस तजी एक आया प्रेत प्रेत कर भागी। गुरु तेग बहादुर साहब जी महाराज के बचन ने। धर्म सपत्नी ने अंदरों कह दिता, इन्ने नूं मोले नूं कहन लगे तू अंदर जाके लुक जा। गुरु नानक देव साहब महाराज बार विच खड़े ने, बाहर लग्या होया। धर्म सपत्नी ने अंदरों आवाज़ दी है, कहते मूला घर दे विच नहीं है। गुरु नानक देव साहब जी महाराज कहन लगे जे घर दे विच नहीं है तो फिर घर दे विच नहीं है। जिथे लुकिया बैठा सी उथों ही सप ने डंग मारिया तो मूले का अंत हो गया। ये साखी तो आप पहला भी सुनी है, शायद हो सकता आप इत्थे सुनाई हो जां उंज भी असीं जानते हैं। पर पहली गल तो यह है कि जदों भी सतगुरु महाराज आवाज़ मारन तुरत महाराज के चरणों में आ जाओ। सतगुरां दा हुक्म की है। दूजी गल, कदी भी झूठ ना मारो, ये पाप कर्म कदी ना करो, कदी। भाई गुरदास ने 20 प्रकार के पाप दसे ने, ये पाप कर्म कदी ना करो, कदी भी ना करो ये पाप कर्म। जदों अंदरों सप ने डंग मारिया ते धर्म सपत्नी ते गुरु नानक महाराज ते फिर चले गए। उन्हें फिर सारे दे सारे रौला पा के आंढी गवांढी इकट्ठे कर ले, आंढी गवांढी इकट्ठे कर ले, चुक लिया भाई मूले नूं लैके गए मगर गुरु नानक महाराज दे। गुरु नानक देव साहब जी महाराज फिर उत्थे बचन करते हैं उन्हां दी धर्म सपत्नी नूं। कहन लगे भाई इन्हें परमात्मा का नाम सिमरन बंदगी की सी, मूले ने साडे नाल रहा सी, कुछ समा बचन सरवण कीते सी। गुरु नानक महाराज कहन लगे असीं ते अज घर दे विच इसे ही करके इनू लैन आए सी। सानू पता सी कि इन्हां दे घर दे विच बैठी मूले नूं इहदी मौत सद्दी जांदी अंदर बैठी। असी तो इनू इहदी मौत तो बचाउण खातर बाहर सद रहे सी, पर करिए कि तेरी बदौलत कहंदे तेरे वचन सदका ये अपनी मौत दे वस पै गया जाके। गुरु दा वचन नहीं मन्निया। जे साडा वचन मन के घरों बाहर आ जाता तो इन्हें बच रहना सी, पर तेरा वचन मन के ये अंदर चलिया गया तो यदा अंत हो गया। अंदर इसनों यदी मौत बुला रही सी। असीं उस मौत तो बचाउण दी खातर गुरु नानक महाराज कहंदे इत्थे आए सी। अज सतगुरां दी बाणी आवाज़ां मारदी है,
आवो सिख सतगुरु के प्यारिओ, गावो सच्ची बाणी। बाणी ता गावो गुरु केरी बाणियां सिर बाणी। जिनको नदर कर्म होवे हृदय तिना समाणी। पीवो अमृत सदा रोहा रंग जपियो सारंग पानी। कह नानक सदा गावो ਇਹ सच्ची बाणी। अज भी बाणी बाजा मारती है। जे अज भी बाणी दे आखे लग के सतगुरां दे चरनां दे विच ना आया ते जेड़ा भोजन छक रहा, सतगुरु महाराज जी कहते तैनूं पता नहीं लगना, इस भोजन राही मौत तेरे अंदर चली जानी, पता नहीं लगना तैनूं। फिर सतगुरु महाराज जी फिर कहते महाराज तैनूं पता नहीं कि किहड़ी चीज़ दे विच तेरी मौत छुपी हुई है। ते गुरु साहिब जी महाराज कहते तू इत्थे परमात्मा दे चरनां विच आ। सतगुरु महाराज जी भौजल विचों कढ़ के मुक्त पदार्थ माहे समाया। शरीर का एक दिन अंत होना है, सब का होना है, पर गुरु साहिब जी महाराज कहते हैं कि सतगुरु महाराज जी की बाणी जब आवाज़ां मारदी है उदों तो गुरु के चरनां दे विच आ जा, उदों सतगुरां दे चरनां विच आ। पर असीं कहने नहीं, असीं सतगुरु महाराज जी तुसीं जिन्नियां आवाज़ी मारो, बथेरे तो जिंदगियां विचारियां इहो ਜਿਹੇ भी होंदे ने जिहड़े ये गुरु अमरदास साहिब जी महाराज के बचन नूं सुणदियां सुणदियां सारी जिंदगी लंघ जाती है। वो बस इन्नी गल ते खड़े होंदे ने भी गुरुद्वारे 4 वज गए ते पाठ हो रहा है, बस दूजी गल कोई नहीं, दूजी गल कोई भी नहीं। सब दियां सब जिंदगियां ऐसे ही लैवल ते आके रुक गई ने, ऐसे ही रुक गई ने। इस तो अगाहां भी बहुत कुछ है। रब दे घर की शुरुआत तो इत्थों अगाहां होनी है। बहुतियां जिंदगियां इत्थे ही आके रुक जांदियां ने, पर सतगुरु महाराज जियां दा बचन सुनते सही कि सतगुरु महाराज जी तैनूं की कह रहे हैं। इन्ने प्यार दे शब्द होर कौन समाज दे विच बोलेगा सिवाय सतगुरु महाराज जियां तो बिना। आवो सिख सतगुरु के प्यारिओ, गावो सच्ची बाणी। बाणियां बाणी ता गावो गुरु केरी बाणियां सिर बाणी। गुरु साहिब जी महाराज अज आवाज़ां मारदी है सतगुरां दी बाणी। बहुते तो आवाज़ां सुन के आउंदे ही नहीं, उक्का ही नहीं आउंदे। चलो जे कोई आ भी जावे तो फिर अगाहां वाले बड़े सुचेत हो जाते हैं। कौन आया है, किवें आया है, किन्ना क चिर आया है, किन्ना क चिर बैठा है, यह सारा कुछ जिहड़ा है वो नोट करके लेके जाते हैं। ये हर एक जिंदगी दे विच है। गुरुद्वारे कौन आया, कौन गया, कौन बैठा, कौन नहीं बैठा, कौन कथा कर रहा है, कौन कीर्तन कर रहा है, किन्ने क जाने सुनते हैं, ये सारी दियां सारियां गल्लां असीं इत्थे बैठे नोट कर लैंदे आ। ते फिर असीं की करन वास्ते आए हैं? असीं ते लोकां दीयां गल्लां नोट करन वास्ते आ गए ना। गुरु दी गल नोट करनी है इत्थे कि गुरु अज की कहंदे ने, कल सतगुरां ने की कहा सी, अज सतगुरु महाराज जी की। इत्थे गुरु दी गल सुनन वास्ते असीं आउणे आ। लोकां दीयां गल्लां करनियां ते जिथे मर्जी बह के नोट कर लो। आ खुंड चर्चा ते सारा कुछ सारा दिन यही चलता रहिंदा उत्थे, होर की चलदा उन्हां दे विच। जे इहो ही कुछ करना है तो फिर जिथे मर्जी करो, जिथे दुनिया वड्डी तादाद दे विच है फिर उत्थे जाके करो। औगणी फरोलने ने वड्डी तादाद दे विच फरोलो, समार के हवाड़ लै लो, किसी दियां रूड़ियां फरोल फरोल के। गुरु साहिब जी महाराज कहते ने, ऐ रब दे प्यारिआ, जे सतगुरां दे कोल आए तो सतगुरां दी गल नूं सुण कि सतगुरु की कहते ने, उसनों पल्ले बन ला। अपने जीवन काल दे अंदर उस गल नूं सतगुरां दी नूं भुलाई ना। एक दिन ऐसा आऊगा, एक पासे तू तिलकेगा ते दूजे पासे गुरु ने तेरी बांह पकड़ के तैनूं तिलकण तो बचा लेना है, तिलकण तो बचा लेना है। ये दुनिया तिलकणबाजी है, ये तिलक तिलक के मनुख डिगदा है। सतगुरु महाराज जी बांह पकड़ के उसनूं रख लेंदे ने, पर जिहड़ा उसनूं रखदे ने, जिहड़ा सतगुरु महाराज जियां दी गल नूं, सतगुरां दे प्रवचनां नूं सुणदा है। तो सतगुरु महाराज जी कहते ने
कि महान जो सतगुरु महाराज जियां दे बचन ने तेरे वास्ते उन्हां नूं सुनिया कर, ताकि ये जिंदगी जिहड़ी है ये जिंदगी तेरी सफली हो जाए। और शुरुआत असी कीती सी गुरु नानक देव महाराज दे बचन तो, पर निंदा पर मल मख सुधी अगन क्रोध चंडाल, रस कस आप सलाहना ये कर्म मेरे करतार। फिर सतगुरु महाराज जी कहते ने किसी की निंदिया करनी कहते ने किसी की गल नूं वधा के करना, किसी की गल नूं घटा के करना। ये दुनिया दे विच आम ही गल बनी हुई है। जे कोई बीमार हो जाए ना, बीमार हो जाए, नोट कर लो, जे कोई बीमार हो जाए असी कहने फलाने बंदे नूं आ बीमारी लगी सी, मर के खड़ा छुट्टिया। एक मैं आम जी कहावत ते मुहावरा दिना, एक बंदे नूं बीमारी लगी है, असी उहनूं दूजी जगह ते जाके उहदी गल करदे हां फलाने नूं बीमारी लगी सी, मर के खड़ा छुट्टिया। तो इहदा मतलब की होया कि असी उस बीमार मनुख की निंदा की है, गल वधा के करती ना, भी वो इस बीमारी के नाल मर गया सी, वध गई गल। जां किसी की चंगियाई होवे, चंगियाई चंगा कर्म जिन्हें किया होवे, असी सारी दुनिया जो कहने भी फलाने ने बड़ा चंगा काम किया, असी कहने हैं लै चंगा काम तो एक ही किया है, अज तक तो बथेरे पुट्ठे काम करता रहा, गल घट गई। एक पासे गल वध गई, एक पासे गल घटाती, दोने ही निंदिया ने। ते गुरु नानक का वचन सुन लो, पर निंदा पर मल मुख सुधी अगन क्रोध चंडाल। पर निंदा पराई निंदिया हो गई है, पर निंदा पर मल मुख सुधी, मुख कहते ने मुखड़े नूं, मल कहते ने मनुख की गंदगी। जेड़ा मनुख पराई निंदिया करता, किसी की गल नूं वधा के करता, किसी की गल नूं घटा के करता है, आ गुरु नानक देव साहब महाराज का वचन सुन लियो। महाराज कहते वो उसे बंदे की गंदगी खा रहा अपने मुख दे नाल। एडा सख्त वचन कहा गुरु नानक महाराज ने साडे वास्ते। जेड़े असी सतसंगी हाँ, एक दिन दे विच एक गल जे साडे दिमाग दे विच कर जे बहुत है, एक गल। अज दा जिहड़ा ये वचन है, असी उंज ते यतन करते हुन्ने कि सारे वचन याद रखे जाण, पर जिहड़े असी गुरु दरबार दे विच बैठे जां घरां दे विच बैठे ये स्पीकरां राही सुन रहे हैं, तां सारे जाने अज ये गल नोट कर लिओ कि चंगा काम नहीं हुंदा ते ना करो, कम से कम किसी की निंदा ना करियो। जे निंदा करी तो फिर गुरु नानक महाराज के इस वचन नूं याद रखियो। गुरु साहिब जी महाराज किरपा करन। समाप्ति का समा, भुलां चुकां दी खिमा, आईयां संगतां दा धन्नवाद। प्रेम दे नाल सारी संगत बुलायो फतेह। वाहिगुरू जी का खालसा, वाहिगुरू जी की फतेह।